ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। सत श्री अकाल, तुसीं देख रहे हो पंजाब मेल USA TV। मैं वरुण कौर मान। खबरां दे बुलेटिन दे विच तुहाडा स्वागत है। पहला नज़र पाउंदे हां खास खबरां ते। साबका अमरीकी राष्ट्रपति डोनाल्ड ट्रंप दा वड्डा बयान। कहा जे ਉਹ 2024 ਦੀਆਂ ਰਾਸ਼ਟਰਪਤੀ ਚੋਣਾਂ ਜਿੱਤਦੇ ਨੇ ਤਾਂ ਸਟੋਰਾਂ ਦੇ ਵਿੱਚ ਹੋ ਰਹੀਆਂ ਲੁੱਟ ਖਸੁੱਟ ਦੀਆਂ ਵਾਰਦਾਤਾਂ ਨੂੰ ਪਾਉਣਗੇ ਨੱਥ। ਕਿਹਾ ਕਿ ਗੋਲੀ ਮਾਰਨ ਦਾ ਦਿਆਂਗਾ ਹੁਕਮ। मैक्सिको सरहद ते 27 लोकां नूं लिजा रिहा ट्रक पलटिया, 10 प्रवासियां दी मौत। संसद दी कार्रवाई दे दौरान गलती नाल वज पई अग लगण दी चेतावनी। अमरीका दी संसद दी गल है, जांच हो गई है शुरू। अमरीका भारत दे रिश्ते चंद्रयान वांग चंद तक पहुंचणगे, जयशंकर दा बयान। की है US गवर्नमेंट दा शटडाउन ते यह अमरीका नूं किवें करदा है प्रभावित। बाइडन वालों दस्तखत कारण मिली राहत। जॉर्जिया चोणां विच दखल अंदाजी मामला, ट्रंप दी जमानत करवाउण वाला भी दोषी करार। अमरीका च नस्ल आधारित भेदभाव ते पाबंदी लगाउण वाला अमरीका दा दूजा शहर बनिया फ्रिजनो। ते हुण इन्हां खबरां दा विस्तार। अमरीका कनेडा सने देश विदेश दीआं होर बहुत सारियां खबरां। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਆਪਣੇ ਬਿਆਨ 'ਚ ਕਿਹਾ ਹੈ ਕਿ ਜੇ ਉਹ 2024 ਦੀਆਂ ਰਾਸ਼ਟਰਪਤੀ ਚੋਣਾਂ ਜਿੱਤਦੇ ਨੇ ਤਾਂ ਉਹ ਇੱਥੇ ਸਟੋਰਾਂ ਵਿੱਚ ਹੋ ਰਹੀਆਂ ਲੁੱਟ ਖਸੁੱਟ ਦੀਆਂ ਵਾਰਦਾਤਾਂ ਨੂੰ ਨੱਥ ਪਾਉਣਗੇ। ਉਹਨਾਂ ਨੇ ਇਹ ਗੱਲ ਕੈਲੀਫੋਰਨੀਆ ਦੇ ਰਿਪਬਲਿਕਨ ਦੇ ਇੱਕ ਇਕੱਠ ਵਿੱਚ ਭਾਸ਼ਣ ਦਿੰਦਿਆਂ ਕਹੀ ਹੈ। ਉਹਨਾਂ ਨੇ ਕਿਹਾ ਕਿ ਜੇ ਮੈਂ ਰਾਸ਼ਟਰਪਤੀ ਚੁਣਿਆ ਜਾਂਦਾ ਹਾਂ ਤਾਂ ਸਟੋਰਾਂ ਵਿੱਚ ਲੁੱਟ ਦੀ ਨੀਤ ਨਾਲ ਆਏ ਲੋਕਾਂ ਨੂੰ ਗੋਲੀ ਮਾਰਨ ਦਾ ਹੁਕਮ ਦੇਵਾਂਗਾ। ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਇੱਥੇ ਕਾਨੂੰਨ ਦੀ ਵਿਵਸਥਾ ਬਣੀ ਰਹੇ। ਉਹਨਾਂ ਦੇ ਇਸ ਭਾਸ਼ਣ ਦੇ ਰਿਪਬਲਿਕਨ ਪਾਰਟੀ ਵੱਲੋਂ ਆਏ ਹੋਏ ਮੈਂਬਰਾਂ ਨੇ ਜ਼ੋਰਦਾਰ ਤਾੜੀਆਂ ਮਾਰ ਕੇ ਸਵਾਗਤ ਕੀਤਾ। ਇੱਥੇ ਇਹ ਗੱਲ ਦੱਸਣੀ ਬਣਦੀ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਉਹ ਖੁਦ 7 ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਨੇ, ਜਿਨ੍ਹਾਂ ਵਿੱਚ 4 ਅਪਰਾਧਿਕ ਦੋਸ਼ ਵੀ ਸ਼ਾਮਲ ਨੇ। ਉਹਨਾਂ ਨੇ ਇਸ ਮੌਕੇ ਤੇ ਇਹ ਵੀ ਕਿਹਾ ਕਿ ਮੈਨੂੰ ਰਾਜਨੀਤਿਕ ਤੌਰ ਤੇ ਕੇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਕੈਲੀਫੋਰਨੀਆ ਦੇ ਵਿੱਚ SB 553 ਕਾਨੂੰਨ ਪੇਸ਼ ਕੀਤਾ ਗਿਆ, ਜੋ ਕਿ ਅਸੈਂਬਲੀ ਅਤੇ ਸੈਨੇਟ ਹਾਊਸ ਵੱਲੋਂ ਪਾਸ ਕਰ ਦਿੱਤਾ ਗਿਆ ਹੈ, ਜਿਸ ਤੇ ਗਵਰਨਰ ਦੇ ਸਾਈਨ ਹੋਣੇ ਬਾਕੀ ਨੇ ਅਜੇ। ਜੇ ਇਹ ਕਾਨੂੰਨ ਬਣ ਜਾਂਦਾ ਹੈ ਤਾਂ ਲੁੱਟਾਂ ਖੋਹਾਂ ਤੇ ਚੋਰੀਆਂ ਕਰਨ ਵਾਲਿਆਂ ਨੂੰ ਰਾਹਤ ਮਿਲੇਗੀ ਅਤੇ ਉਹ ਸ਼ਰੇਆਮ ਕਿਸੇ ਵੀ ਸਟੋਰ ਨੂੰ ਲੁੱਟ ਖਸੁੱਟ ਕਰ ਸਕਦੇ ਨੇ ਅਤੇ ਸਟੋਰ ਦਾ ਮਾਲਕ ਜਾਂ ਕਰਿੰਦਾ ਉਸ ਨੂੰ ਕੁਝ ਵੀ ਨਹੀਂ ਕਹਿ ਸਕਦਾ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਟੋਰ ਮਾਲਕਾਂ ਦੇ ਹੱਕ ਵਿੱਚ ਆਏ ਇਸ ਬਿਆਨ ਦੇ ਨਾਲ ਸਟੋਰ ਮਾਲਕਾਂ ਨੂੰ ਰਾਹਤ ਮਿਲੀ ਹੈ। ਮੈਕਸੀਕੋ ਵਿੱਚ ਗੁਆਟੇਮਾਲਾ ਸਰਹੱਦ ਨੇੜੇ ਇੱਕ ਹਾਈਵੇ ਤੇ ਇੱਕ ਮਾਲ ਵਾਹਕ ਟਰੱਕ ਦੇ ਪਲਟ ਜਾਣ ਕਾਰਨ ਉਸ ਵਿੱਚ ਸਵਾਰ ਘੱਟੋ-ਘੱਟ 10 ਮਹਿਲਾ ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 17 ਹੋਰ ਗੰਭੀਰ ਜ਼ਖਮੀ ਹੋ ਗਏ। ਹਾਦਸੇ ਵਿੱਚ ਮਰਨ ਵਾਲੀਆਂ ਸਾਰੀਆਂ ਔਰਤਾਂ ਕਿਊਬਾ ਦੀਆਂ ਨਾਗਰਿਕ ਨੇ। ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਦੱਸਿਆ ਕਿ ਕਿਊਬਾ ਦੇ ਜਿਨ੍ਹਾਂ ਨਾਗਰਿਕਾਂ ਦੀ ਮੌਤ ਹੋਈ ਹੈ ਉਹ ਸਾਰੀਆਂ ਔਰਤਾਂ ਸੀ ਅਤੇ ਉਹਨਾਂ ਵਿੱਚੋਂ ਇੱਕ ਦੀ ਉਮਰ 18 ਸਾਲ ਤੋਂ ਘੱਟ ਸੀ। ਸੰਸਥਾ ਨੇ ਕਿਹਾ ਕਿ ਟਰੱਕ ਡਰਾਈਵਰ ਸਪਸ਼ਟ ਤੌਰ ਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾ ਰਿਹਾ ਸੀ ਅਤੇ ਉਸਨੇ ਵਾਹਨ ਦਾ ਕੰਟਰੋਲ ਗੁਆ ਦਿੱਤਾ। ਟਰੱਕ ਵਿੱਚ 27 ਪ੍ਰਵਾਸੀ ਸਵਾਰ ਸੀ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਚਿਆਪਾਸ ਰਾਜ ਦੇ ਨਾਗਰਿਕ ਸੁਰੱਖਿਆ ਦਫ਼ਤਰ ਨੇ ਕਿਹਾ ਕਿ ਇਹ ਹਾਦਸਾ ਐਤਵਾਰ ਨੂੰ ਜਿਹੜਾ ਹੈ ਹਾਈਵੇ ਤੇ ਵਾਪਰਿਆ। ਦਫ਼ਤਰ ਨੇ ਹਾਦਸੇ ਤੋਂ ਬਾਅਦ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਹਾਦਸਾਗ੍ਰਸਤ ਟਰੱਕ ਹਾਈਵੇ ਦੇ ਇੱਕ ਪਾਸੇ ਲਟਕਿਆ ਹੋਇਆ ਦਿਖਾਈ ਦੇ ਰਿਹਾ ਹੈ, ਜਦੋਂ ਕਿ ਹਾਦਸੇ ਦਾ ਸ਼ਿਕਾਰ ਹੋਏ ਲੋਕ ਦੂਜੇ ਪਾਸੇ ਸੜਕ ਤੇ ਪਏ ਦਿਖਾਈ ਦੇ ਰਹੇ ਨੇ। ਅਮਰੀਕੀ ਸੰਸਦ ਵਿੱਚ ਸਰਕਾਰੀ ਕੰਮਕਾਜ ਵਿੱਚ ਸ਼ਟਡਾਊਨ ਦੇ ਖਤਰੇ ਨੂੰ ਟਾਲਣ ਦੇ ਲਈ ਇੱਕ ਮਹੱਤਵਪੂਰਨ ਵਿੱਤ ਬਿੱਲ ਪਾਸ ਕਰਨ ਦੇ ਲਈ ਚੱਲ ਰਹੀ ਸਦਨ ਦੀ ਕਾਰਵਾਈ ਦੌਰਾਨ ਅੱਗ ਲੱਗਣ ਦੀ ਚੇਤਾਵਨੀ ਵਾਲਾ ਅਲਾਰਮ ਵੱਜਿਆ, ਜਿਸ ਕਾਰਨ ਹਫੜਾ ਦਫੜੀ ਮਚ ਗਈ ਅਤੇ ਇਮਾਰਤ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਸੀ। ਪਰ ਬਾਅਦ ਵਿੱਚ ਡੈਮੋਕ੍ਰੈਟਿਕ ਕਾਂਗਰਸਮੈਨ ਜਮਾਲ ਨੇ ਗਲਤੀ ਨਾਲ ਅਲਾਰਮ ਵਜਾਉਣ ਦੀ ਗੱਲ ਮੰਨ ਲਈ। ਕੈਨਨ ਹਾਊਸ ਦਫ਼ਤਰ ਦੀ ਇਮਾਰਤ ਵਿੱਚ ਸ਼ਨੀਚਰਵਾਰ ਦੁਪਹਿਰ ਨੂੰ ਇੱਕ ਫਾਇਰ ਅਲਾਰਮ ਵੱਜਿਆ, ਜਿਸ ਕਾਰਨ ਪੂਰੀ
ਇਮਾਰਤ ਨੂੰ ਖਾਲੀ ਕਰਵਾਉਣਾ ਪਿਆ। ਉਸ ਸਮੇਂ ਸਦਨ ਦੀ ਕਾਰਵਾਈ ਚੱਲ ਰਹੀ ਸੀ ਅਤੇ ਮੁਲਾਜ਼ਮ ਇਮਾਰਤ ਵਿੱਚ ਕੰਮ ਕਰ ਰਹੇ ਸਨ। ਇਮਾਰਤ ਨੂੰ 1 ਘੰਟੇ ਬਾਅਦ ਮੁੜ ਖੋਲ੍ਹਿਆ ਗਿਆ ਜਦੋਂ ਕੈਪੀਟਲ ਪੁਲਿਸ ਨੇ ਕਿਹਾ ਕਿ ਕੋਈ ਖਤਰਾ ਨਹੀਂ ਹੈ। ਪੁਲਿਸ ਨੇ ਕਿਹਾ ਕਿ ਘਟਨਾ ਦੇ ਕਾਰਨ ਜਾਣਨ ਦੇ ਲਈ ਜਾਂਚ ਸ਼ੁਰੂ ਹੋ ਗਈ ਹੈ। ਯੂਐਸ ਕੈਪੀਟਲ ਕੰਪਲੈਕਸ ਨਾਲ ਸੰਬੰਧਿਤ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੀ ਸਦਨ ਦੀ ਪ੍ਰਸ਼ਾਸਨਿਕ ਕਮੇਟੀ ਨੇ ਇੱਕ ਵਿਅਕਤੀ ਵੱਲੋਂ ਫਾਇਰ ਅਲਾਰਮ ਬਟਨ ਦਬਾਉਣ ਦੀ ਤਸਵੀਰ ਪੋਸਟ ਕੀਤੀ ਜੋ ਬੋਮੈਨ ਵਰਗਾ ਲੱਗ ਰਿਹਾ ਸੀ। ਨਿਊਯਾਰਕ ਦੇ ਸੰਸਦ ਮੈਂਬਰ ਬੋਮੈਨ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੇ ਗਲਤੀ ਨਾਲ ਅਲਾਰਮ ਵਜਾ ਦਿੱਤਾ ਸੀ। ਉਹਨਾਂ ਨੇ ਦੱਸਿਆ ਕਿ ਉਹ ਵੋਟ ਪਾਉਣ ਜਾ ਰਹੇ ਸੀ ਅਤੇ ਇੱਕ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜੋ ਆਮ ਤੌਰ ਤੇ ਖੁੱਲ੍ਹਾ ਰਹਿੰਦਾ ਸੀ ਪਰ ਸ਼ਨੀਚਰਵਾਰ ਹੋਣ ਕਾਰਨ ਬੰਦ ਸੀ। ਬੋਮੈਨ ਨੇ ਕਿਹਾ, ਮੈਂ ਸੋਚਿਆ ਕਿ ਇਹ ਬਟਨ ਦਰਵਾਜ਼ਾ ਖੋਲ੍ਹਣ ਲਈ ਹੈ। ਬੋਮੈਨ ਨੇ ਸਦਨ ਦੀ ਕਾਰਵਾਈ ਨੂੰ ਰੋਕਣ ਦੇ ਇਰਾਦੇ ਨਾਲ ਬਟਨ ਦਬਾਉਣ ਤੋਂ ਇਨਕਾਰ ਕੀਤਾ। ਕੈਪੀਟਲ ਪੁਲਿਸ ਨੇ ਸ਼ਨੀਚਰਵਾਰ ਨੂੰ ਇੱਕ ਬਿਆਨ 'ਚ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਹੁਣ ਤੱਕ ਦੇ ਉੱਚੇ ਪੱਧਰ ਤੇ ਨੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇਹਨਾਂ ਨੂੰ ਇੱਕ ਵੱਖਰੇ ਪੱਧਰ ਤੋਂ ਲੈ ਕੇ ਜਾਏਗੀ। ਜੈਸ਼ੰਕਰ ਨੇ ਕਿਹਾ ਕਿ ਦੁਬੱਲੇ ਸੰਬੰਧ ਚੰਦਰਯਾਨ ਵਾਂਗ ਚੰਦਰਮਾ ਤੱਕ ਅਤੇ ਉਸ ਤੋਂ ਵੀ ਪਰੇ ਪਹੁੰਚਣਗੇ। ਇੱਥੇ ਭਾਰਤੀ ਦੂਤਘਰ ਵੱਲੋਂ ਸ਼ਨੀਵਾਰ ਨੂੰ ਆਯੋਜਿਤ ਸੈਲੀਬ੍ਰੇਟਿੰਗ ਕਲਰਸ ਆਫ ਫਰੈਂਡਸ਼ਿਪ ਪ੍ਰੋਗਰਾਮ 'ਚ ਹਿੱਸਾ ਲੈਣ ਦੇ ਲਈ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਇੰਡੀਆ ਹਾਊਸ ਵਿੱਚ ਇਕੱਠੇ ਹੋਏ ਸੈਂਕੜੇ ਭਾਰਤੀ ਅਮਰੀਕੀਆਂ ਨੂੰ ਸੰਬੋਧਿਤ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਅੱਜ ਇੱਕ ਸਪਸ਼ਟ ਸੰਦੇਸ਼ ਹੈ ਕਿ ਸਾਡਾ ਰਿਸ਼ਤਾ ਸਭ ਤੋਂ ਉੱਚੇ ਪੱਧਰ ਤੇ ਹੈ। ਪਰ ਜਿਵੇਂ ਕਿ ਅਮਰੀਕਾ ਵਿੱਚ ਕਿਹਾ ਜਾਂਦਾ ਹੈ, ਤੁਸੀਂ ਅਜੇ ਤੱਕ ਕੁਝ ਨਹੀਂ ਦੇਖਿਆ ਹੈ। ਅਸੀਂ ਇਹਨਾਂ ਸੰਬੰਧਾਂ ਨੂੰ ਇੱਕ ਵੱਖਰੇ ਪੱਧਰ ਤੇ ਇੱਕ ਵੱਖਰੇ ਸਥਾਨ ਤੇ ਲੈ ਕੇ ਜਾ ਰਹੇ ਹਾਂ। ਜੈਸ਼ੰਕਰ ਨੇ ਕਿਹਾ ਕਿ G20 ਦੀ ਸਫਲਤਾ ਅਮਰੀਕਾ ਦੇ ਸਹਿਯੋਗ ਦੇ ਬਿਨਾਂ ਸੰਭਵ ਨਹੀਂ ਸੀ। ਉਹਨਾਂ ਨੇ ਕਿਹਾ ਕਿ ਜਦੋਂ ਚੀਜ਼ਾਂ ਚੰਗੀਆਂ ਹੁੰਦੀਆਂ ਨੇ ਤਾਂ ਮੇਜ਼ਬਾਨ ਨੂੰ ਹਮੇਸ਼ਾ ਕ੍ਰੈਡਿਟ ਮਿਲਦਾ ਹੈ। ਇਹ ਢੁਕਵਾਂ ਵੀ ਹੈ, ਪਰ ਜੇ ਸਾਰੇ G20 ਮੈਂਬਰ ਦੇਸ਼ ਇਸ ਸਮਾਗਮ ਦੀ ਸਫਲਤਾ ਦੇ ਲਈ ਕੰਮ ਨਾ ਕਰਦੇ ਤਾਂ ਇਹ ਸੰਭਵ ਨਹੀਂ ਸੀ। ਜੈਸ਼ੰਕਰ ਨੇ ਭਾਰਤੀ ਅਮਰੀਕੀਆਂ ਦੀਆਂ ਤਾੜੀਆਂ ਦੀ ਗੂੰਜ ਵਿੱਚ ਕਿਹਾ, ਮੈਂ ਅੱਜ ਇਸ ਦੇਸ਼ ਵਿੱਚ ਹਾਂ, ਇਸ ਲਈ ਮੈਂ G20 ਨੂੰ ਸਫਲ ਬਣਾਉਣ ਦੇ ਲਈ ਅਮਰੀਕਾ ਤੋਂ ਮਿਲੇ ਯੋਗਦਾਨ, ਸਹਿਯੋਗ ਅਤੇ ਸਮਝ ਦੀ ਜਨਤਕ ਤੌਰ ਤੇ ਸ਼ਲਾਘਾ ਕਰਨਾ ਚਾਹਾਂਗਾ। ਉਹਨਾਂ ਨੇ ਕਿਹਾ ਕਿ ਸ਼ਾਬਦਿਕ ਤੌਰ ਤੇ ਇਹ ਸਾਡੀ ਸਫਲਤਾ ਹੋ ਸਕਦੀ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ G20 ਦੀ ਸਫਲਤਾ ਸੀ। ਸੰਯੁਕਤ ਰਾਜ ਵਿੱਚ ਇੱਕ ਸਰਕਾਰੀ ਬੰਦ ਹੋਣ ਦੀਆਂ ਰਿਪੋਰਟਾਂ ਦੇ ਵਿਚਕਾਰ ਸੈਨੇਟ ਨੇ ਸ਼ਨੀਵਾਰ ਰਾਤ ਨੂੰ ਇੱਕ ਆਖਰੀ ਮਿੰਟ ਖਰਚ ਬਿੱਲ ਪਾਸ ਕੀਤਾ, ਨਹੀਂ ਤਾਂ ਅਮਰੀਕੀ ਜਨਤਾ ਦੇ ਨਾਲ ਆਰਥਿਕਤਾ ਤੇ ਭਾਰੀ ਪ੍ਰਭਾਵ ਪੈ ਸਕਦਾ ਸੀ। ਫੈਡਰਲ ਸਰਕਾਰ ਦੇ ਸ਼ਟਡਾਊਨ ਦੇ ਦੁਪਹਿਰ 12:01 ਤੇ ਲਾਗੂ ਹੋਣ ਤੋਂ 3 ਘੰਟੇ ਪਹਿਲਾਂ ਮਤੇ ਤੇ VOTING ਕੀਤੀ ਗਈ ਸੀ। ਰਾਸ਼ਟਰਪਤੀ ਜੋ ਬਾਈਡਨ ਨੇ ਵੀ ਸ਼ਨੀਵਾਰ ਰਾਤ ਨੂੰ ਇਸ ਸਮਝੌਤੇ ਤੇ ਦਸਤਖਤ ਕੀਤੇ। ਬਿੱਲ ਦੇ ਅਨੁਸਾਰ ਸਰਕਾਰ 45 ਦਿਨਾਂ ਤੱਕ ਖੁੱਲੀ ਰਹਿ ਸਕਦੀ ਹੈ। ਸਦਨ ਅਤੇ ਸੈਨੇਟ ਨੂੰ ਆਪਣੇ ਫੰਡਿੰਗ ਕਾਨੂੰਨ ਨੂੰ ਪੂਰਾ ਕਰਨ ਦੇ ਲਈ ਹੋਰ ਸਮਾਂ ਦੇ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇੰਸਟਾਗ੍ਰਾਮ ਤੇ ਪੋਸਟ ਕੀਤਾ, ਮੈਂ ਸਰਕਾਰ ਨੂੰ 47 ਦਿਨਾਂ ਲਈ ਖੁੱਲਾ ਰੱਖਣ ਦੇ ਲਈ ਇੱਕ ਕਾਨੂੰਨ ਤੇ ਦਸਤਖਤ ਕੀਤੇ ਨੇ। ਇੱਕ ਸਰਕਾਰੀ ਸ਼ਟਡਾਊਨ ਉਦੋਂ ਹੁੰਦਾ ਹੈ ਜਦੋਂ ਕਾਂਗਰਸ ਵਿੱਤੀ ਸਾਲ ਲਈ ਖਰਚਿਆਂ ਨੂੰ ਮਨਜ਼ੂਰੀ ਨਹੀਂ ਦਿੰਦੀ, ਕਿਉਂਕਿ ਅਮਰੀਕਾ ਵਿੱਚ ਬਹੁਤ ਸਾਰੀਆਂ ਸੰਘੀ ਸਰਕਾਰੀ ਏਜੰਸੀਆਂ ਸਾਲਾਨਾ ਫੰਡਿੰਗ ਤੇ ਹੀ ਨਿਰਭਰ ਕਰਦੀਆਂ ਨੇ। ਇਸ ਫੰਡਿੰਗ ਨੂੰ ਕਾਂਗਰਸ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਵਿੱਚ ਸਮਾਂ ਲੱਗਦਾ ਹੈ ਕਿਉਂਕਿ ਏਜੰਸੀਆਂ ਨੂੰ ਫੰਡ ਦੇਣ ਦੇ ਲਈ ਕਈ ਖਰਚੇ ਬਿੱਲ ਨੇ। ਹਰ ਸਾਲ ਵੱਖ-ਵੱਖ ਏਜੰਸੀਆਂ ਦੁਆਰਾ ਬੇਨਤੀਆਂ ਪੇਸ਼ ਕੀਤੀਆਂ ਜਾਂਦੀਆਂ ਨੇ ਅਤੇ ਉਹਨਾਂ ਨੂੰ ਕਾਂਗਰਸ ਦੇ ਦੁਆਰਾ ਪਾਸ ਕਰਨ ਅਤੇ ਰਾਸ਼ਟਰਪਤੀ ਦੇ ਦੁਆਰਾ ਦਸਤਖਤ ਕੀਤੇ ਜਾਣ ਦੀ ਲੋੜ ਹੁੰਦੀ ਹੈ। ਮੰਨ ਲਓ ਕਿ ਜੇਕਰ 1 ਅਕਤੂਬਰ ਨੂੰ ਵਿੱਤੀ ਸਾਲ ਦੀ ਸ਼ੁਰੂਆਤ ਤੱਕ ਕੋਈ ਸਮਝੌਤਾ ਨਹੀਂ ਹੁੰਦਾ ਹੈ ਤਾਂ ਦੇਸ਼ ਵਿੱਚ ਬੰਦ ਹੋ ਜਾਂਦਾ ਹੈ। ਇਸ ਦਾ ਮਤਲਬ ਹੈ ਦੇਸ਼ ਬੰਦ ਹੋ ਜਾਂਦਾ ਹੈ ਕਿ ਸਾਰੇ ਗੈਰ ਜ਼ਰੂਰੀ ਅਖਤਿਆਰੀ ਫੰਕਸ਼ਨਸ ਕੰਮ ਕਰਨਾ ਬੰਦ ਕਰ ਦਿੰਦੇ ਨੇ। 1 ਅਕਤੂਬਰ ਨੂੰ ਸਵੇਰੇ 12:01 ਤੇ ਫੈਡਰਲ ਬਜਟ ਸਾਲ ਦੇ ਸ਼ੁਰੂ ਵਿੱਚ ਬੰਦ ਸ਼ੁਰੂ ਹੁੰਦਾ ਹੈ ਕਿਉਂਕਿ ਸਰਕਾਰੀ ਫੰਡਿੰਗ ਦੀ ਮਿਆਦ ਖਤਮ ਹੋ ਜਾਂਦੀ ਹੈ। ਅਮਰੀਕਾ ਵਿੱਚ ਸ਼ਟਡਾਊਨ ਬਹੁਤ ਆਮ ਨੇ। ਅਮਰੀਕੀ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਦੌਰਾਨ 3 ਸ਼ਟਡਾਊਨ ਹੋਏ ਸੀ। ਇਸ ਨੇ 36 ਦਿਨਾਂ ਦੇ ਇਤਿਹਾਸ ਦੀ ਸਭ ਤੋਂ ਲੰਬੀ ਮਿਆਦ ਵੀ ਦਰਜ ਕੀਤੀ ਹੈ ਜੋ ਕਿ ਜਨਵਰੀ 2019 ਵਿੱਚ ਖਤਮ ਹੋਈ। ਇਹ ਮੈਕਸੀਕੋ ਸਰਹੱਦ ਤੇ ਕੰਧ ਦੇ ਲਈ ਫੰਡਿੰਗ ਨੂੰ ਲੈ ਕੇ ਅਸਹਿਮਤੀ ਕਾਰਨ ਹੋਇਆ ਹੈ। ਮੀਡੀਆ ਚੈਨਲ ਦੀ ਇੱਕ ਰਿਪੋਰਟ ਦੇ ਅਨੁਸਾਰ ਅੰਦਾਜ਼ਨ 4,20,000 ਸੰਘੀ ਕਰਮਚਾਰੀਆਂ ਨੇ ਬਿਨਾਂ ਤਨਖਾਹ ਦੇ ਕੰਮ ਕੀਤਾ ਤੇ ਹੋਰ 3,80,000 ਨੂੰ ਛੁੱਟੀ ਦਿੱਤੀ ਗਈ। ਜਿਵੇਂ ਬੰਦ ਸ਼ੁਰੂ ਹੁੰਦਾ ਹੈ
ਗੈਰ ਜ਼ਰੂਰੀ ਸ਼੍ਰੇਣੀਆਂ ਦੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਅਸਥਾਈ ਤੌਰ ਤੇ ਬਿਨਾਂ ਤਨਖਾਹ ਵਾਲੀ ਛੁੱਟੀ ਤੇ ਰੱਖਿਆ ਜਾਂਦਾ ਹੈ, ਜਿਸ ਨੂੰ ਫਰਲੋ ਕਿਹਾ ਜਾਂਦਾ ਹੈ। ਇਹ ਭੋਜਨ ਸਹਾਇਤਾ ਪ੍ਰੋਗਰਾਮ, ਸੰਘੀ ਫੰਡ ਪ੍ਰਾਪਤ ਪ੍ਰੀ ਸਕੂਲ ਅਤੇ ਵਿਦਿਆਰਥੀ ਕਰਜ਼ਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਅਲ ਜਜ਼ੀਰਾ ਦੀ ਇੱਕ ਰਿਪੋਰਟ ਦੇ ਅਨੁਸਾਰ ਲਗਭਗ 7 ਮਿਲੀਅਨ ਔਰਤਾਂ ਤੇ ਬੱਚੇ ਜੋ ਔਰਤਾਂ, ਬੱਚਿਆਂ ਤੇ ਬੱਚਿਆਂ ਲਈ ਵਿਸ਼ੇਸ਼ ਪੂਰਕ ਪੋਸ਼ਣ ਪ੍ਰੋਗਰਾਮ ਤੇ ਨਿਰਭਰ ਕਰਦੇ ਨੇ, ਬੰਦ ਹੋਣ ਕਾਰਨ ਲਗਭਗ ਤੁਰੰਤ ਸਹਾਇਤਾ ਗਵਾਉਣ ਦੇ ਜ਼ੋਖਮ ਵਿੱਚ ਨੇ। ਹਾਲਾਂਕਿ ਜਨਤਕ ਸੁਰੱਖਿਆ, ਸਰਹੱਦੀ ਸੁਰੱਖਿਆ, ਹਸਪਤਾਲ ਦੀ ਦੇਖਭਾਲ, ਹਵਾਈ ਆਵਾਜਾਈ ਅਤੇ ਕਾਨੂੰਨ ਵਿਵਸਥਾ ਨਾਲ ਸੰਬੰਧਿਤ ਜ਼ਰੂਰੀ ਸੇਵਾਵਾਂ ਚਲਦੀਆਂ ਰਹਿੰਦੀਆਂ ਨੇ, ਪਰ ਮੁਲਾਜ਼ਮਾਂ ਨੂੰ ਬਿਨਾਂ ਤਨਖਾਹ ਤੋਂ ਕੰਮ ਕਰਨਾ ਪੈ ਰਿਹਾ ਹੁੰਦਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ 17 ਹੋਰਨਾਂ ਤੇ ਜਾਰਜੀਆ ਚੋਣ ਦਖਲ ਮਾਮਲੇ 'ਚ ਸ਼ੁੱਕਰਵਾਰ ਨੂੰ ਜ਼ਮਾਨਤ ਕਰਵਾਉਣ ਵਾਲੇ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇਸਤਗਾਸਾ ਪੱਖ ਵੱਲੋਂ ਕਿਸੇ ਜ਼ਮਾਨਤ ਕਰਵਾਉਣ ਵਾਲੇ ਤੇ ਮੁਕੱਦਮਾ ਚਲਾਏ ਜਾਣ ਦਾ ਇਹ ਪਹਿਲਾ ਮਾਮਲਾ ਹੈ। ਮੁਕੱਦਮੇ ਦੇ ਹਿੱਸੇ ਵਜੋਂ ਸਕਾਟ ਗ੍ਰਾਹਮ ਹਾਲ ਨੂੰ 5 ਸਾਲ ਦੀ ਪ੍ਰੋਬੇਸ਼ਨ ਦੀ ਸੇਵਾ 'ਚ ਰਹਿਣਾ ਪਏਗਾ ਅਤੇ ਨਾਲ ਹੀ ਅਦਾਲਤ ਨੇ ਉਸ ਨੂੰ ਕਾਰਵਾਈ ਦੌਰਾਨ ਸਬੂਤ ਪੇਸ਼ ਕਰਨ ਦੀ ਆਗਿਆ ਦਿੱਤੀ। ਅਦਾਲਤ ਨੇ ਉਸ ਨੂੰ ਜਾਰਜੀਆ ਦੇ ਲੋਕਾਂ ਤੋਂ ਮਾਫੀ ਮੰਗਣ ਦੇ ਲਈ ਪੱਤਰ ਲਿਖਣ ਦਾ ਹੁਕਮ ਵੀ ਦਿੱਤਾ ਅਤੇ ਉਸ ਦੀ ਚੋਣ ਸਰਗਰਮੀਆਂ ਵਿੱਚ ਹਿੱਸਾ ਲੈਣ ਤੇ ਪਾਬੰਦੀ ਲਗਾ ਦਿੱਤੀ। ਹਾਲ ਨੂੰ ਚੋਣ ਡਿਊਟੀਆਂ ਦੇ ਸੰਚਾਲਨ ਵਿੱਚ ਜਾਣਬੁੱਝ ਕੇ ਦਖਲ ਦੇਣ ਦੀ ਸਾਜ਼ਿਸ਼ ਤੇ 5 ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ। ਪ੍ਰੋਸੀਕਿਊਟਰ ਨੇ ਪਹਿਲਾਂ ਹਾਲ ਤੇ ਕਾਫੀ ਕਾਉਂਟੀ ਵਿੱਚ ਚੋਣ ਧੋਖਾਧੜੀ ਅਤੇ ਚੋਣ ਨਿਯਮਾਂ ਦੀ ਉਲੰਘਣਾ ਕਰਨ ਦੀ ਸਾਜ਼ਿਸ਼ ਤੇ 6 ਦੋਸ਼ ਲਗਾਏ ਸੀ। ਹਾਲ ਦੇ ਅਟਾਰਨੀ ਜ਼ੈਫ, ਜੋ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਸੀ, ਨੇ ਤੁਰੰਤ ਇਸ ਗੱਲ ਤੇ ਟਿੱਪਣੀ ਨਹੀਂ ਕੀਤੀ ਕਿ ਉਸ ਦਾ ਮੁਵੱਕਲ ਮੁਕੱਦਮਾ ਚਲਾਉਣ ਦੇ ਲਈ ਕਿਉਂ ਸਹਿਮਤ ਹੋਇਆ। 98 ਪੰਨਿਆਂ ਦੇ ਮੁਕੱਦਮੇ ਵਿੱਚ ਹਾਲ ਨੂੰ ਟਰੰਪ ਦੇ ਸਲਾਹਕਾਰ ਡੇਵਿਡ ਬੋਸੀ ਦਾ ਲੰਬੇ ਸਮੇਂ ਤੋਂ ਸਹਿਯੋਗੀ ਦੱਸਿਆ ਗਿਆ ਹੈ। ਕੈਲੀਫੋਰਨੀਆ ਦੇ ਵਿੱਚ ਫ੍ਰਿਜ਼ਨੋ ਜਾਤੀ ਆਧਾਰਿਤ ਵਿਤਕਰੇ ਤੇ ਪਾਬੰਦੀ ਲਗਾਉਣ ਵਾਲਾ ਦੂਜਾ ਅਮਰੀਕੀ ਸ਼ਹਿਰ ਬਣ ਗਿਆ ਹੈ। ਨਗਰ ਕੌਂਸਲ ਨੇ ਆਪਣੇ ਮਿਊਨਿਸਪਲ ਕੋਡ ਵਿੱਚ 2 ਨਵੀਆਂ ਸ਼੍ਰੇਣੀਆਂ ਜੋੜ ਕੇ ਇਸ ਸੰਬੰਧੀ ਸਰਬਸੰਮਤੀ ਨਾਲ ਮਤਾ ਪਾਸ ਕੀਤਾ। ਇਸ ਤੋਂ ਪਹਿਲਾਂ ਫਰਵਰੀ ਵਿੱਚ ਸਿਆਟਲ ਨਸਲ ਆਧਾਰਿਤ ਵਿਤਕਰੇ ਤੇ ਪਾਬੰਦੀ ਲਗਾਉਣ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ ਸੀ। ਇਸ ਤੋਂ ਬਾਅਦ ਅਮਰੀਕੀ ਸੂਬੇ ਕੈਲੀਫੋਰਨੀਆ ਨੇ ਸਤੰਬਰ ਵਿੱਚ ਅਜਿਹਾ ਹੀ ਬਿੱਲ ਪਾਸ ਕੀਤਾ ਸੀ। ਅਮਰੀਕੀ ਟੈਲੀਵਿਜ਼ਨ ਨੈਟਵਰਕ NBC ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਕਦਮ ਦੇਸ਼ ਭਰ ਵਿੱਚ ਚੱਲ ਰਹੇ ਨਾਗਰਿਕ ਅਧਿਕਾਰਾਂ ਦੇ ਅੰਦੋਲਨ ਦੇ ਵਿਚਕਾਰ ਚੁੱਕਿਆ ਗਿਆ, ਜਿਸ ਦੀ ਅਗਵਾਈ ਮੁੱਖ ਤੌਰ ਤੇ ਦੱਖਣੀ ਏਸ਼ੀਆਈ ਅਮਰੀਕੀ ਕਰ ਰਹੇ ਨੇ। ਫ੍ਰਿਜ਼ਨੋ ਸਿਟੀ ਕਾਉਂਸਲ ਦੀ ਉਪ ਪ੍ਰਧਾਨ ਨੇ NBC ਦੇ ਹਵਾਲੇ ਨਾਲ ਕਿਹਾ, ਮੈਂ ਇੱਕ ਵਾਰ ਫਿਰ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਤੇ ਪਾਬੰਦੀ ਨੂੰ ਵਧਾਉਣ ਦੇ ਲਈ ਆਪਣੇ ਸ਼ਹਿਰ ਤੇ ਮਾਣ ਮਹਿਸੂਸ ਕਰ ਰਹੀ ਹਾਂ। ਉਹਨਾਂ ਨੇ ਕਿਹਾ, ਅਸੀਂ ਮੰਨਦੇ ਹਾਂ ਕਿ ਵਿਤਕਰਾ ਰਾਤੋਂ ਰਾਤ ਖਤਮ ਨਹੀਂ ਹੁੰਦਾ, ਪਰ ਸਾਡੇ ਸਿਟੀ ਨੇ ਜਾਤੀ ਆਧਾਰਿਤ ਵਿਤਕਰੇ ਵਿਰੁੱਧ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਭੇਦਭਾਵ ਵਿਰੋਧੀ ਨੀਤੀ ਪਾਸ ਕਰਨ ਦਾ ਦਲੇਰਾਨਾ ਕਦਮ ਚੁੱਕਿਆ ਹੈ। ਇਸ ਦੌਰਾਨ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕੈਲੀਫੋਰਨੀਆ ਦੇ ਸਿਵਲ ਰਾਈਟਸ ਟੈਕਸ ਵਿਭਾਗ ਵਿਰੁੱਧ ਮੁਕੱਦਮਾ ਦਾਇਰ ਕਰਨ ਦਾ ਦੋਸ਼ ਲਗਾਇਆ। ਇਸ ਨੇ ਰਾਜ ਵਿੱਚ ਰਹਿਣ ਵਾਲੇ ਹਿੰਦੂਆਂ ਦੇ ਕਈ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਗੋਲਡੀ ਬਰਾੜ ਵਿਦੇਸ਼ ਵਿੱਚ ਬੈਠ ਕੇ ਲਾਰੈਂਸ ਬਿਸ਼ਨੋਈ ਦੇ ਗੈਂਗ ਨੂੰ ਸੰਭਾਲ ਰਿਹਾ ਹੈ। ਇਹ ਸਾਰੀ ਜਾਣਕਾਰੀ ਇੱਕ ਨਿੱਜੀ ਅਖਬਾਰ 'ਚੋਂ ਲਈ ਗਈ ਹੈ। ਲਾਰੈਂਸ ਨੇ ਜੇਲ੍ਹ ਵਿੱਚ ਇੱਕ ਸਾਜ਼ਿਸ਼ ਰਚੀ ਅਤੇ ਗੋਲਡੀ ਨੂੰ ਇਸ ਨੂੰ ਅੰਜਾਮ ਦਿੱਤਾ। ਮੂਸੇਵਾਲ ਦਾ ਵੀ ਕਹਿੰਦੇ ਨੇ ਕਿ ਇਸੇ ਤਰ੍ਹਾਂ ਕਤਲ ਹੋਇਆ ਸੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲ ਕਤਲकांड ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਅਮਰੀਕਾ ਵਿੱਚ ਸ਼ਰਨ ਲੈਣ ਦੇ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਨੇ। ਸੂਤਰਾਂ ਦੇ ਮੁਤਾਬਕ ਭਾਰਤੀ ਏਜੰਸੀਆਂ ਨੂੰ ਇਨਪੁਟ ਮਿਲਿਆ ਹੈ ਕਿ ਗੋਲਡੀ ਬਰਾੜ ਕੈਲੀਫੋਰਨੀਆ ਦੀ ਨਾਗਰਿਕਤਾ ਲੈਣ ਦੇ ਲਈ ਕੋਸ਼ਿਸ਼ ਕਰ ਰਹੇ ਨੇ। ਇਸ ਦੇ ਲਈ ਉਹ ਕਿਸੇ ਅਮਰੀਕੀ ਲੜਕੀ ਨਾਲ ਵਿਆਹ ਵੀ ਕਰ ਸਕਦੇ ਨੇ। ਸੂਤਰਾਂ ਦੇ ਮੁਤਾਬਕ ਇਸ ਦੇ ਲਈ ਉਹ ਅਫਰੀਕਨ ਕੁੜੀਆਂ ਦੇ ਸੰਪਰਕ ਵਿੱਚ ਵੀ ਨੇ। ਇਹ ਉਹ ਲੜਕੀਆਂ ਨੇ ਜੋ ਅਮਰੀਕੀ ਨਾਗਰਿਕ ਨੇ। ਜੇਕਰ ਗੋਲਡੀ ਬਰਾੜ ਆਪਣਾ ਵਿਆਹ ਰਜਿਸਟਰ ਕਰਵਾ ਲੈਂਦੇ ਨੇ ਤਾਂ ਉਹ ਅਮਰੀਕਾ ਦੇ ਨਾਗਰਿਕ ਬਣ ਜਾਣਗੇ। ਅਜਿਹੇ 'ਚ ਉਸ ਨੂੰ ਭਾਰਤ ਲਿਆਉਣਾ ਜਾਂ ਉਸ ਖਿਲਾਫ ਕਾਰਵਾਈ ਕਰਨਾ ਫਿਰ ਮੁਸ਼ਕਿਲ ਹੋ ਸਕਦਾ ਹੈ। ਗੋਲਡੀ ਬਰਾੜ ਨੇ ਪਹਿਲਾਂ ਵੀ ਸਿਆਸੀ ਸ਼ਰਨ ਲੈਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਦੇ ਲਈ ਅਰਜ਼ੀ ਵੀ ਦਿੱਤੀ ਸੀ। ਏਜੰਸੀਆਂ ਨੂੰ ਇਹ ਵੀ ਸੂਚਨਾ ਮਿਲੀ ਹੈ ਕਿ ਬਰਾੜ ਦੇ ਨਾਲ ਰਾਜਸਥਾਨ ਅਤੇ ਹਰਿਆਣਾ ਦੇ ਉਸਦੇ 8 ਸਾਥੀ ਵੀ ਕੈਲੀਫੋਰਨੀਆ 'ਚ ਰਹੇ। ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ਦੇ ਦੁਖਦਾਈ ਇਤਿਹਾਸ ਨੂੰ ਯਾਦ ਕਰਦੇ ਹੋਏ ਸ਼ਨੀਵਾਰ ਨੂੰ ਸੱਚ ਅਤੇ ਸੁਲ੍ਹਾ ਲਈ ਤੀਜਾ ਰਾਸ਼ਟਰੀ ਦਿਵਸ ਮਨਾਇਆ ਗਿਆ। ਇਸ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪੁੱਤਰ ਸਮੇਤ ਸ਼ਾਮਲ ਹੋਏ। ਇੱਥੇ ਦੱਸਦੇ ਕਿ ਇਸ ਸਾਲਾਨਾ ਸਮਾਗਮ ਨੂੰ 2021 ਵਿੱਚ ਇੱਕ ਸੰਘੀ ਕਾਨੂੰਨੀ ਛੁੱਟੀ ਦੇ ਰੂਪ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਤਾਂ ਜੋ ਉਹਨਾਂ ਹਜ਼ਾਰਾਂ ਬੱਚਿਆਂ ਨੂੰ ਯਾਦ ਕੀਤਾ ਜਾ ਸਕੇ ਜੋ ਚਰਚ ਦੁਆਰਾ ਸੰਚਾਲਿਤ ਵਾਲੇ ਅਤੇ ਸਰਕਾਰੀ ਫੰਡ ਪ੍ਰਾਪਤ ਰਿਹਾਇਸ਼ੀ ਸਕੂਲਾਂ ਵਿੱਚ ਜਾਣ ਦੇ ਲਈ ਮਜਬੂਰ ਹੋਣ ਦੌਰਾਨ ਮਰ ਗਏ ਅਤੇ ਬਚ ਗਏ ਲੋਕ ਉਹਨਾਂ ਦੇ ਪਰਿਵਾਰਾਂ ਅਤੇ ਭਾਈਚਾਰੇ ਤੇ ਚੱਲ ਰਹੇ ਪ੍ਰਭਾਵਾਂ ਨੂੰ ਦਰਸਾਇਆ ਗਿਆ। ਇਸ ਦਿਨ ਦੀ ਸ਼ੁਰੂਆਤ ਸੱਚ ਅਤੇ ਸੁਲ੍ਹਾ ਕਮਿਸ਼ਨ ਦੀਆਂ 94 ਕਾਲਾਂ ਵਿੱਚੋਂ ਇੱਕ ਦੇ ਜਵਾਬ ਵਿੱਚ ਕੀਤੀ ਗਈ ਸੀ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਸਵਦੇਸ਼ੀ ਭਾਈਚਾਰਿਆਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਦੀ ਸਹੁੰ ਖਾਧੀ ਜੋ ਅਜੇ ਵੀ ਆਪਣੇ ਬੱਚਿਆਂ ਦੀ ਭਾਲ ਕਰ ਰਹੇ ਨੇ। ਟਰੂਡੋ ਨੇ ਕਿਹਾ ਕਿ ਕੈਨੇਡਾ ਸਰਕਾਰ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਜੋ ਕੁਝ ਵਾਪਰਿਆ ਉਸ ਬਾਰੇ ਸੱਚਾਈ ਨੂੰ ਪੂਰੀ ਤਰ੍ਹਾਂ ਉਜਾਗਰ ਕਰਨ ਦੇ ਲਈ ਲੋੜੀਂਦੇ ਸਰੋਤ ਮੁਹੱਈਆ ਕਰਵਾਉਣ ਦੇ ਲਈ ਹਰ ਕਦਮ ਤੇ ਮੌਜੂਦ ਰਹੇਗੀ ਅਤੇ ਬੱਚਿਆਂ ਨੂੰ ਠੀਕ ਕਰਨ ਦੇ ਲਈ ਕਮਿਊਨਿਟੀਜ਼ ਦਾ ਸਮਰਥਨ ਕਰਨਾ ਜਾਰੀ ਰੱਖੇਗੀ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਕਿਸੇ ਨੂੰ ਅਤੀਤ ਵਿੱਚ ਅਤੇ ਰਿਹਾਇਸ਼ੀ ਸਕੂਲਾਂ ਵਿੱਚ ਸਵਦੇਸ਼ੀ ਲੋਕਾਂ ਨਾਲ ਹੋਈਆਂ ਬੇਇਨਸਾਫੀਆਂ ਦੇ ਨਾਲ ਅੰਤਰ ਪੀੜ੍ਹੀ ਸਦਮੇ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਜੰਗਲੀ ਅੱਗ ਨਾਲ ਲੜਨ ਦੇ ਲਈ ਉੱਚੀਆਂ ਲਾਗਤਾਂ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ਨੇ ਇਸ ਵਿੱਤੀ ਸਾਲ ਦੇ ਲਈ ਬ੍ਰਿਟਿਸ਼ ਕੋਲੰਬੀਆ ਦੇ ਬਜਟ ਦੇ ਅਨੁਮਾਨਿਤ ਘਾਟੇ ਵਿੱਚ $2.5 ਬਿਲੀਅਨ ਜੋੜਨ ਦੇ ਲਈ ਮਜਬੂਰ ਕੀਤਾ ਹੈ, ਜਿਸ ਤੋਂ ਬਾਅਦ ਕੁੱਲ ਵਿੱਤੀ ਘਾਟਾ $6.7 ਬਿਲੀਅਨ ਤੱਕ ਪਹੁੰਚ ਗਿਆ ਹੈ। ਇਹ ਅਨੁਮਾਨ ਉਦੋਂ ਆਇਆ ਜਦੋਂ ਵਿੱਤ ਮੰਤਰੀ ਕੈਟਰੀਨ ਨੇ ਵਿੱਤੀ ਸਾਲ 2023-24 ਲਈ ਸੂਬੇ ਦੀ ਪਹਿਲੀ ਤਿਮਾਹੀ ਰਿਪੋਰਟ ਜਾਰੀ ਕੀਤੀ ਹੈ। ਨਵੀਨਤਮ ਅਪਡੇਟ ਜਾਰੀ ਕਰਦਿਆਂ ਉਹਨਾਂ ਨੇ ਕਿਹਾ ਕਿ ਜੰਗਲੀ ਅੱਗ ਦੇ ਖਰਚੇ ਬਜਟ 2023 ਵਿੱਚ ਯੋਜਨਾਬੱਧ ਨਾਲੋਂ $762 ਮਿਲੀਅਨ ਵੱਧ ਗਏ ਨੇ, ਜਦੋਂ ਕਿ ਕੀਮਤਾਂ ਵਿੱਚ ਗਿਰਾਵਟ ਦੇ ਨਾਲ ਕੁਦਰਤੀ ਗੈਸ ਰਾਇਲਟੀ ਤੋਂ ਆਮਦਨ $1.2 ਬਿਲੀਅਨ ਘਟ ਗਈ ਹੈ, ਜਿਸ ਕਾਰਨ ਵਿੱਤੀ ਘਾਟੇ 'ਚ ਚੋਖਾ ਵਾਧਾ ਹੋ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸੂਬਾਈ ਅਰਥ ਵਿਵਸਥਾ ਨੇ ਇਸ ਸਾਲ 1.2% ਦੀ ਆਰਥਿਕ ਵਿਕਾਸ ਦੀ ਭਵਿੱਖਬਾਣੀ ਦੇ ਨਾਲ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ, ਪਰ ਸਰਕਾਰ ਦਾ ਕਹਿਣਾ ਹੈ ਕਿ ਕੇਵਲ 0.8% ਰਹਿਣ ਦੀ ਸੰਭਾਵਨਾ ਹੈ, ਜੋ ਕਿ 2024 ਲਈ ਉਮੀਦ ਕੀਤੀ ਗਈ ਸੀ ਉਸ ਨਾਲੋਂ ਅੱਧੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰਾਲਾ ਵੱਲੋਂ 3 ਅਕਤੂਬਰ ਤੋਂ ਸਿਹਤ ਸੰਭਾਲ ਖੇਤਰਾਂ ਵਿੱਚ ਮਾਸਕ ਪਾਉਣਾ ਦੁਬਾਰਾ ਲਾਜ਼ਮੀ ਕੀਤਾ ਜਾ ਰਿਹਾ ਹੈ। ਸਿਹਤ ਸੰਭਾਲ ਸੰਸਥਾਵਾਂ ਨੂੰ ਸਿਹਤ ਮੰਤਰਾਲਾ ਤੋਂ ਇਸ ਸੰਬੰਧੀ ਯੋਜਨਾ ਬਾਰੇ ਭੇਜਿਆ ਗਿਆ ਇੱਕ ਮੀਮੋ ਭੇਜਿਆ ਗਿਆ ਅਤੇ ਜਲਦ ਹੀ ਇਸ ਦਾ ਅਧਿਕਾਰਤ ਤੌਰ ਤੇ ਐਲਾਨ ਵੀ ਹੋਏਗਾ। ਬੁੱਧਵਾਰ ਨੂੰ ਸਿਹਤ ਮੰਤਰੀ ਨੇ ਕਿਹਾ ਸੀਗਾ ਕਿ ਇਹ ਕੋਈ ਜਲਦਬਾਜ਼ੀ ਨਹੀਂ ਹੈ, ਅਸੀਂ ਲਗਭਗ 1 ਮਹੀਨੇ ਤੋਂ ਇਸ ਬਾਰੇ ਵਿਚਾਰ ਕਰ ਰਹੇ ਹਾਂ ਕਿ ਸਰਦੀ ਦੇ ਮੌਸਮ ਦੇ ਵਿੱਚ ਸਾਹ ਦੀ ਬਿਮਾਰੀ ਦੇ ਸੀਜ਼ਨ ਦੇ ਲਈ ਅਸੀਂ ਸਿਹਤ ਸੰਭਾਲ ਸੰਸਥਾਵਾਂ 'ਚ ਮਾਸਕ ਲਗਵਾਉਣਾ ਲਾਜ਼ਮੀ ਕਰੀਏ। ਦੂਜੇ ਪਾਸੇ ਦੇਸ਼ ਭਰ ਦੇ ਸਿਹਤ ਅਧਿਕਾਰੀ ਕੈਨੇਡੀਅਨ ਨੂੰ ਕੋਵਿਡ ਅਤੇ ਫਲੂ ਸ਼ਾਟ ਲੈਣ ਦੇ ਲਈ ਵੀ ਉਤਸ਼ਾਹਿਤ ਕਰ ਰਹੇ ਨੇ, ਕਿਉਂਕਿ ਪਿਛਲੇ ਕੁਝ ਹਫ਼ਤਿਆਂ 'ਚ ਕਈ ਸੂਬਿਆਂ 'ਚ ਕੇਸਾਂ 'ਚ ਵਾਧਾ ਹੋਇਆ ਹੈ। ਸਿਹਤ ਮਾਹਿਰਾਂ ਨੇ ਐਤਵਾਰ ਨੂੰ ਕਿਹਾ ਕਿ ਇੱਕੋ ਸਮੇਂ ਫਲੂ ਅਤੇ ਕੋਵਿਡ-19 ਦੇ ਸ਼ਾਟ ਲੈਣ ਨਾਲ ਸਾਹ ਦੀਆਂ ਬਿਮਾਰੀਆਂ ਤੋਂ ਬਚਣ ਦੀ ਇੱਕ ਵਾਧੂ ਪਰਤ ਮਿਲ ਸਕਦੀ ਹੈ। ਹਾਲਾਂਕਿ ਇਨਫਲੂਐਂਜ਼ਾ ਵੈਕਸੀਨ ਅਤੇ ਅਪਡੇਟ ਕੀਤਾ ਗਿਆ ਕੋਵਿਡ-19 ਸ਼ਾਟ ਵਰਤਮਾਨ ਵਿੱਚ ਉਪਲਬਧ ਨਹੀਂ ਹੈ। ਮਾਹਿਰ ਦਾ ਕਹਿਣਾ ਹੈ ਕਿ ਅਕਤੂਬਰ ਦੇ ਅੰਤ ਵਿੱਚ ਇਹ ਰੋਲ ਆਊਟ ਦੀ ਉਮੀਦ ਹੈ। ਸਿਹਤ ਮੰਤਰੀ ਐਂਡਰਿਊ ਡਿਸਕ ਨੇ ਕਿਹਾ ਕਿ BC ਸਰਕਾਰ ਇਸ ਪਤਝੜ ਅਤੇ ਸਰਦੀਆਂ ਵਿੱਚ ਵਾਇਰਲ ਸਾਹ ਦੀ ਬਿਮਾਰੀ ਦੀ ਤਿਆਰੀ ਵਿੱਚ BC ਸਿਹਤ ਸੰਭਾਲ ਸੈਟਿੰਗਾਂ, ਸੇਵਾਵਾਂ ਅਤੇ ਪ੍ਰੋਗਰਾਮ ਵਿੱਚ ਇਨਹਾਂਸਡ ਇਨਫੈਕਸ਼ਨ ਰੋਕਥਾਮ ਅਤੇ ਨਿਯੰਤਰਣ ਦੇ ਲਈ ਉਪਾਵਾਂ ਨੂੰ ਬਹਾਲ ਕਰੇਗਾ, ਜਿਸ ਵਿੱਚ ਕਮਿਊਨਿਟੀ ਫਿਜ਼ੀਸ਼ੀਅਨ ਦਫ਼ਤਰਾਂ ਅਤੇ ਬਾਹਰੀ ਮਰੀਜ਼ਾਂ ਦੇ ਕਲੀਨਿਕ ਵੀ ਸ਼ਾਮਲ ਕੀਤੇ ਜਾਣਗੇ। ਇਹ ਉਪਾਅ 3 ਅਕਤੂਬਰ ਤੋਂ ਲਾਗੂ ਹੋਣਗੇ ਅਤੇ ਇਸ ਵਿੱਚ ਸਾਰੇ ਮਰੀਜ਼ਾਂ, ਗਾਹਕਾਂ ਅਤੇ ਨਿਵਾਸੀ ਦੇਖਭਾਲ ਖੇਤਰਾਂ 'ਚ ਸਿਹਤ ਸੰਭਾਲ ਕਰਮਚਾਰੀਆਂ, ਵਿਜ਼ਿਟਰਜ਼, ਠੇਕੇਦਾਰਾਂ ਅਤੇ ਵਾਲੰਟੀਅਰਜ਼ ਨੂੰ ਮਾਸਕ ਲਾਉਣਾ ਲਾਜ਼ਮੀ ਕੀਤਾ ਹੋਏਗਾ। ਹੈਲਥ ਕੇਅਰ ਵਰਕਰਾਂ ਨੂੰ ਕੋਵਿਡ-19 ਦੇ ਵਿਰੁੱਧ ਟੀਕਾਕਰਨ ਦੀ ਵੀ ਲੋੜ ਅਨੁਸਾਰ ਜਾਰੀ ਰਹੇਗੀ। ਮੀਮੋ ਵਿੱਚ ਕਿਹਾ ਗਿਆ ਹੈ ਕਿ ਵੇਟਿੰਗ ਰੂਮਾਂ ਅਤੇ ਮੀਟਿੰਗ ਰੂਮਾਂ ਵਿੱਚ ਕੋਈ ਸਰੀਰਕ ਦੂਰੀ ਦੀਆਂ ਲੋੜਾਂ ਨਹੀਂ। ਸਿਹਤ ਸੰਭਾਲ ਕਰਮਚਾਰੀਆਂ ਅਤੇ ਵਿਜ਼ਿਟਰਜ਼ ਦੇ ਦੁਆਰਾ ਰੈਪਿਡ ਐਂਟੀਜਨ ਟੈਸਟਿੰਗ ਦੇ ਲਈ ਕੋਈ ਜ਼ਰੂਰਤ ਨਹੀਂ ਅਤੇ ਸੰਖਿਆ ਦੀ ਕੋਈ ਸੀਮਾ ਨਹੀਂ ਹੋਏਗੀ। ਭਾਰਤ ਤੇ ਕੈਨੇਡਾ ਵਿਚਾਲੇ ਬੜੇ ਤਣਾਅ ਦਾ ਅਸਰ ਇਸ ਸਾਲ ਦੇ ਸਭ ਤੋਂ ਵੱਡੇ ਇੰਡੋ ਕੈਨੇਡੀਅਨ ਅਵਾਰਡਜ਼ ਨਾਈਟ ਸਮਾਰੋਹ ਉੱਤੇ ਵੀ ਵੇਖਣ ਨੂੰ ਮਿਲਿਆ। ਇਸ ਮੌਕੇ ontario ਦੇ ਮੁੱਖ ਮੰਤਰੀ ਡਗ ਫੋਰਡ ਤੇ ਕਈ ਹੋਰ ਕੈਨੇਡੀਅਨ ਆਗੂ ਨਹੀਂ ਪਹੁੰਚੇ। ਹਾਲਾਂਕਿ ਪ੍ਰਮੁੱਖ ਭਾਰਤੀ ਕੈਨੇਡੀਅਨ ਸੰਸਦ ਮੈਂਬਰ ਚੰਦਰਾ ਆਰਿਆ ਨੇ ਹਾਜ਼ਰੀ ਦਰਜ ਕਰਵਾਈ। ਇਸ ਤੋਂ ਇਲਾਵਾ ਸੂਬੇ ਦੇ ਕੁਝ ਵਿਧਾਇਕ ਤੇ ਸਥਾਨਕ ਮੇਅਰ ਵੀ ਹਾਜ਼ਰ ਸਨ। ਇਸ ਮੌਕੇ ਇਨਫੋਸਿਸ ਦੇ ਬਾਨੀ NR ਨਾਰਾਇਣ ਮੂਰਤੀ ਦੀ ਪਤਨੀ ਸੁਧਾ ਮੂਰਤੀ ਨੂੰ ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ਗਲੋਬਲ ਇੰਡੀਅਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿੱਚ $50,000 ਦੀ ਨਗਦ ਰਾਸ਼ੀ ਸ਼ਾਮਲ ਹੈ। ਭਾਰਤ ਤੇ ਕੈਨੇਡਾ ਦੇ ਵਰਤਮਾਨ ਸੰਬੰਧਾਂ ਦਾ ਜ਼ਿਕਰ ਕਰਦਿਆਂ ਭਾਰਤੀ ਹਾਈ ਕਮਿਸ਼ਨਰ ਤੇ ਮੁੱਖ ਮਹਿਮਾਨ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਸਿਆਸੀ ਰਿਸ਼ਤਿਆਂ ਨਾਲ ਅਖੀਰ ਵਿੱਚ ਦੋਵੇਂ ਸਰਕਾਰਾਂ ਨਜਿੱਠ ਲੈਣਗੀਆਂ, ਪਰ ਇੰਡੋ ਕੈਨੇਡੀਅਨ ਭਾਈਚਾਰੇ ਨੂੰ ਦੁਵੱਲੇ ਰਿਸ਼ਤੇ ਮਜ਼ਬੂਤ ਕਰਦੇ ਰਹਿਣਾ ਪਏਗਾ। ਉਹਨਾਂ ਨੇ ਕਿਹਾ ਇਹ ਉਹ ਸਮਾਂ ਹੈ ਜਦੋਂ ਰਿਸ਼ਤਿਆਂ ਵਿੱਚ ਤਲਖੀ ਹੈ ਤੇ ਸਾਨੂੰ ਠੰਡਕ ਪੈਦਾ ਕਰਨੀ ਪਏਗੀ। ਹਾਈ ਕਮਿਸ਼ਨਰ ਵਰਮਾ ਨੇ ਇਸ ਮੌਕੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੇ ਸੰਦਰਭ ਦੇ ਵਿੱਚ ਭਾਰਤੀ ਇਤਿਹਾਸ ਦਾ ਹਵਾਲਾ ਵੀ ਦਿੱਤਾ। ਉਹਨਾਂ ਨੇ ਕਿਹਾ
ਭਾਰਤ ਇੱਕ ਭਾਵੁਕ ਦੇਸ਼ ਹੈ, ਇਸ ਲਈ ਜਜ਼ਬਾਤ ਦਾ ਹੜ੍ਹ ਤਾਂ ਦੇਖਣ ਨੂੰ ਮਿਲੇਗਾ ਹੀ। ਭਾਰਤੀ ਭਾਈਚਾਰੇ ਨੂੰ ਦੁਵੱਲੇ ਸੰਬੰਧ ਬਿਹਤਰ ਕਰਨ ਦੇ ਲਈ ਕੰਮ ਕਰਦੇ ਰਹਿਣਾ ਪਏਗਾ। ਵਰਮਾ ਨੇ ਕਿਹਾ, ਮੈਂ ਬੇਨਤੀ ਕਰਾਂਗਾ ਕਿ ਤੁਸੀਂ ਕਾਰੋਬਾਰ ਕਰੋ, ਲੋਕਾਂ ਨੂੰ ਭਾਰਤ ਬਾਰੇ ਸਿਖਾਓ, ਸਮਰਥਨ ਜਟਾਓ, ਵਿਦਿਆਰਥੀਆਂ ਨੂੰ ਉਦਮੀ ਬਣਾਓ। ਇਹ ਕੁਝ ਅਜਿਹੇ ਖੇਤਰ ਨੇ ਜਿਨ੍ਹਾਂ ਉੱਤੇ ਰਿਸ਼ਤਿਆਂ ਦੀ ਵਰਤਮਾਨ ਸਥਿਤੀ ਦਾ ਕੋਈ ਅਸਰ ਨਹੀਂ ਪਏਗਾ। ਆਪਣੇ ਸਵਾਗਤੀ ਭਾਸ਼ਣ ਦੇ ਵਿੱਚ ਕੈਨੇਡਾ ਇੰਡੀਆ ਫਾਊਂਡੇਸ਼ਨ ਦੇ ਚੇਅਰਮੈਨ ਸਤੀਸ਼ ਠੱਕਰ ਨੇ ਕਿਹਾ ਕਿ ਦੁਵੱਲੇ ਰਿਸ਼ਤੇ ਸਥਾਨਕ ਰਾਜਨੀਤਿਕ ਮਜਬੂਰੀਆਂ ਦੇ ਗੁਲਾਮ ਨਹੀਂ ਬਣਨੇ ਚਾਹੀਦੇ। ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਹਿੰਦ ਪ੍ਰਸ਼ਾਂਤ ਨੀਤੀ ਤਾਂ ਹੀ ਸਫਲ ਹੋਏਗੀ ਜੇ ਭਾਰਤ ਦੇ ਨਾਲ ਇਸ ਦੇ ਕਾਰੋਬਾਰੀ ਤੇ ਸਿਆਸੀ ਸੰਬੰਧ ਮਜ਼ਬੂਤ ਹੋਣਗੇ, ਕਿਉਂਕਿ ਭਾਰਤ ਇੱਕ ਮਹੱਤਵਪੂਰਨ ਭਾਈਵਾਲ ਹੈ। ontario ਵੱਲੋਂ ਐਲਾਨ ਕੀਤਾ ਗਿਆ ਹੈ ਕਿ ਫਾਰਮਾਸਿਸਟ ਹੁਣ 6 ਹੋਰ ਬਿਮਾਰੀਆਂ ਲਈ ਵੀ ਦਵਾਈ ਦੇ ਸਕਿਆ ਕਰਨਗੇ। ਸਿਹਤ ਮੰਤਰੀ ਸਿਲਵੀਆ ਨੇ ਐਤਵਾਰ ਸਵੇਰੇ ਈਟੋਬੀਕੋ ਵਿੱਚ ਦਾ ਈਸਟ ਮਾਲ ਵਿੱਚ ਸ਼ਾਪਰਸ ਡਰੱਗ ਮਾਰਟ ਵੀ ਫਾਰਮੇਸੀ 'ਚ ਪ੍ਰੈਸ ਕਾਨਫਰੰਸ ਕਰਦਿਆਂ ਆਖਿਆ ਕਿ ਪ੍ਰੋਵਿੰਸ ਵੱਲੋਂ 6 ਹੋਰ ਆਮ ਬਿਮਾਰੀਆਂ ਨੂੰ ਪਹਿਲਾਂ ਤੋਂ ਹੀ ਮੌਜੂਦ 13 ਬਿਮਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦਾ ਇਲਾਜ ਫਾਰਮਾਸਿਸਟ ਆਪਣੇ ਪੱਧਰ ਉੱਤੇ ਕਰ ਸਕਦੇ ਨੇ। ontario ਸਰਕਾਰ ਨੇ ਫਾਰਮਾਸਿਸਟ ਦੀਆਂ ਦਵਾਈਆਂ ਲਿਖਣ ਦੀਆਂ ਸ਼ਕਤੀਆਂ ਦੇ ਪਸਾਰ ਨੂੰ ਆਪਣੇ ਮਾਰਚ ਵਿੱਚ ਜਾਰੀ ਕੀਤੇ ਬਜਟ ਵਿੱਚ ਵੀ ਸ਼ਾਮਲ ਕੀਤਾ ਹੋਇਆ ਹੈ। ਹੁਣ ਫਾਰਮਾਸਿਸਟ ਐਕਨੇ, ਨਾਸੂਰ ਤੇ ਡਾਇਪਰ ਰੈਸ਼ ਆਦਿ ਦਾ ਇਲਾਜ ਕਰ ਸਕਿਆ ਕਰਨਗੇ। ਜਨੋਸ ਨੇ ਆਖਿਆ ਕਿ ਸਾਡੇ ਪ੍ਰੋਵਿੰਸ ਵੀ ਫਾਰਮਾਸਿਸਟ ਤੋਂ ਦਵਾਈਆਂ ਲੈਣਾ ਕਾਫੀ ਵੱਡੀ ਸਫਲਤਾ ਰਹੀ ਹੈ। 1 ਸਾਲ ਤੋਂ ਵੀ ਘੱਟ ਅਰਸੇ ਵਿੱਚ ontario ਕੈਨੇਡਾ ਦਾ ਅਜਿਹਾ ਪ੍ਰੋਵਿੰਸ ਬਣ ਗਿਆ ਹੈ ਜਿੱਥੇ ਹੈਲਥ ਕੇਅਰ ਸਰਵਿਸਿਜ਼ ਸਫਲਤਾਪੂਰਵਕ ਫਾਰਮਾਸਿਸਟ ਰਾਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਫਾਰਮਾਸਿਸਟ ਯੀਸਟ ਇਨਫੈਕਸ਼ਨਜ਼, ਪਰਜੀਵੀ ਕੀੜਿਆਂ ਦੇ ਗਰਭਕਾਲ ਦੌਰਾਨ ਜੀ ਕੱਚਾ ਹੋਣ ਤੇ ਉਲਟੀਆਂ ਆਦਿ ਦਾ ਇਲਾਜ ਵੀ ਕਰ ਸਕਦੇ ਨੇ। ਪਹਿਲੀ ਵਾਰ ਪ੍ਰੋਵਿੰਸ ਨੇ 1 ਜਨਵਰੀ ਨੂੰ ਫਾਰਮਾਸਿਸਟ ਨੂੰ ਸਿੱਧੇ ਤੌਰ ਉੱਤੇ ਇਲਾਜ ਕਰਨ ਦੀ ਖੁੱਲ੍ਹ ਦਿੱਤੀ ਸੀ। ਉਸ ਸਮੇਂ ਫਾਰਮਾਸਿਸਟ ਨੂੰ ਛਪਾਕੀ ਤੇ ਯੂਰੀਨਰੀ ਟ੍ਰੈਕਟ ਇਨਫੈਕਸ਼ਨਜ਼ ਦਾ ਇਲਾਜ ਕਰਨ ਦੇ ਲਈ ਆਖਿਆ ਗਿਆ ਸੀ। ਹੈਰੀ ਪੋਟਰ ਦੀਆਂ 8 ਫਿਲਮਾਂ ਵਿੱਚ 6 ਵਿੱਚ ਹੌਗਵਾਰਟਸ ਹੈਡਮਾਸਟਰ ਐਲਬਸ ਦੀ ਭੂਮਿਕਾ ਨਿਭਾਉਣ ਵਾਲੇ ਸੀਨੀਅਰ ਐਕਟਰ ਮਾਈਕਲ ਨਹੀਂ ਰਹੇ। ਉਹ 82 ਸਾਲ ਦੇ ਸਨ। ਪਿਛਲੇ ਦਿਨੀ ਉਹਨਾਂ ਦਾ ਦੇਹਾਂਤ ਹੋਇਆ। ਉਹਨਾਂ ਦੇ ਪਰਿਵਾਰ ਤੇ ਪਬਲਿਸਿਟੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਉਹਨਾਂ ਦੀ ਮੌਤ ਨਿਮੋਨੀਆ ਕਾਰਨ ਹੋਈ। ਉਹਨਾਂ ਦੇ ਪਰਿਵਾਰ ਨੇ ਆਖਿਆ ਕਿ ਸਰ ਮਾਈਕਲ ਦੀ ਮੌਤ ਦਾ ਐਲਾਨ ਕਰਦੇ ਹੋਏ ਸਾਨੂੰ ਬਹੁਤ ਦੁੱਖ ਹੋ ਰਿਹਾ ਹੈ। ਗੈਰ ਮਨਜ਼ੂਰਸ਼ੁਦਾ ਸਟਰੀਟ ਪਾਰਟੀਜ਼ ਦੀ ਲੜੀ ਤਹਿਤ ਸ਼ਨੀਚਰਵਾਰ ਨੂੰ ਪੁਲਿਸ ਨੇ ਹੈਮਿਲਟਨ ਤੋਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਪਾਰਟੀਜ਼ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਪੁਲਿਸ ਨੇ ਦੱਸਿਆ ਕਿ ਇਹਨਾਂ ਨੂੰ 49 ਕਾਲਸ ਇਹ ਦੱਸਣ ਦੇ ਲਈ ਆਈਆਂ ਕਿ ਮੈਕਸ ਮਾਸਟਰ ਯੂਨੀਵਰਸਿਟੀ ਕੈਂਪਸ ਨੇੜੇ ਸਟਰੀਟ ਪਾਰਟੀਆਂ ਕੀਤੀਆਂ ਜਾ ਰਹੀਆਂ ਨੇ। ਇੱਕ ਅੰਦਾਜ਼ੇ ਦੇ ਅਨੁਸਾਰ ਪਾਰਟੀਜ਼ ਦੇ ਦੌਰਾਨ 8000 ਤੋਂ 9000 ਤੱਕ ਲੋਕਾਂ ਨੇ ਸ਼ਮੂਲੀਅਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਇਕੱਠਾਂ ਦੌਰਾਨ 10 ਵਾਰੀ ਪੈਰਾਮੈਡਿਕਸ ਨੂੰ ਸੱਦਿਆ ਗਿਆ ਤੇ 2 ਵਿਅਕਤੀਆਂ ਨੂੰ ਵੱਧ ਨਸ਼ਾ ਕਰਨ ਕਾਰਨ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਗ੍ਰਿਫਤਾਰੀਆਂ ਤੋਂ ਇਲਾਵਾ ਪੁਲਿਸ ਨੇ ਆਖਿਆ ਕਿ ਉਹਨਾਂ ਵੱਲੋਂ 10 ਪ੍ਰੋਵਿੰਸ਼ੀਅਲ ਅਫੈਂਸ ਨੋਟਿਸ ਵੀ ਜਾਰੀ ਕੀਤੇ ਗਏ। ਪਾਰਟੀ ਬਾਈ ਲਾਅ ਨੂੰ ਤੋੜਨ ਦੇ ਲਈ 5 ਵਿਅਕਤੀਆਂ ਨੂੰ ਚਾਰਜ ਕੀਤਾ ਗਿਆ। ਇਨ੍ਹਾਂ ਸਟਰੀਟ ਪਾਰਟੀਜ਼ ਕਾਰਨ ਆਮ ਜਨਤਾ ਨੂੰ ਹੋ ਰਹੀ ਤਕਲੀਫ ਨੂੰ ਵੇਖਦਿਆਂ ਇਹ ਪਾਰਟੀਜ਼ ਖਤਮ ਕਰਵਾਈਆਂ ਗਈਆਂ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।